ਜਦੋਂ ਗੱਲ ਆਉਂਦੀ ਹੈ ਨਾ ਕਿਸੇ ਦੇਸ਼ ਦੀ ਖੂਫੀਆ ਏਜੰਸੀ ਦੀ ਤਾਂ ਕੁਝ ਗਿਣੀਆਂ ਚੁਣੀਆਂ ਏਜੰਸੀਆਂ ਨੇ ਜਿਹੜੀਆਂ ਟੌਪ ਤੇ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰਾਂ ਤਾਂ ਇਜ਼ਰਾਈਲ ਦੀ ਮੋਸਾਦ ਏਜੰਸੀ, ਜੋ ਕਿ ਸਭ ਤੋਂ ਟੌਪ ਦੀ ਖੂਫੀਆ ਏਜੰਸੀ ਹੈ। ਉਸ ਤੋਂ ਬਾਅਦ USA ਦੀ CIA, ਤੇ ਜੇਕਰ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਸਾਹਮਣੇ ਆਉਂਦਾ ਰॉ ਰਿਸਰਚ ਐਂਡ ਐਨਾਲਿਸਿਸ ਵਿੰਗ, ਜਾਂ ਫਿਰ ਹੁਣੇ ਰੀਸੈਂਟਲੀ ਜਿਹੜੀ ਮੂਵੀ ਆਈ ਹੈ IB71। IB ਦਾ ਪੂਰਾ ਨਾਮ ਹੈ ਇਨਵੈਸਟੀਗੇਸ਼ਨ ਬਿਊਰੋ। ਇਹ ਕੁਝ ਇਦਾਂ ਦੀਆਂ ਏਜੰਸੀਆਂ ਨੇ ਜੋ ਇੰਡੀਆ ਦੇ ਵਿੱਚ ਟੌਪ ਤੇ ਮੰਨੀਆਂ ਜਾਂਦੀਆਂ ਨੇ। ਬਟ ਜੇਕਰ ਆਪਣੀ ਗੱਲ ਕਰੀਏ, ਸਾਨੂੰ ਸਿਰਫ ਇਹਨਾਂ ਏਜੰਸੀਆਂ ਦੇ ਨਾਮ ਪਤਾ ਹੈ। ਇਹ ਕੰਮ ਕਿਵੇਂ ਕਰਦੀਆਂ ਨੇ, ਇਹਨਾਂ ਨੂੰ ਕੌਣ ਕੰਟਰੋਲ ਕਰਦਾ, ਕਿਸੇ ਚੀਜ਼ ਬਾਰੇ ਨਹੀਂ ਪਤਾ। ਤੇ ਇੱਕ ਗੱਲ ਹੋਰ, ਇੰਡੀਆ ਦੇ ਵਿੱਚ ਸਿਰਫ ਇਹ ਇੱਕ ਦੋ ਏਜੰਸੀਆਂ ਨਹੀਂ ਹੈ, ਇੰਡੀਆ ਦੇ ਵਿੱਚ 10 ਤੋਂ ਵੱਧ ਏਜੰਸੀਆਂ ਨੇ ਜੋ ਇੰਡੀਆ ਨੂੰ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਸੁਰੱਖਿਅਤ ਰੱਖਣ ਦੇ ਵਿੱਚ ਹੈਲਪ ਕਰਦੀਆਂ ਨੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਆਪਾਂ ਉਹਨਾਂ ਮੋਟਾ ਸਾਰੀਆਂ ਏਜੰਸੀਆਂ ਬਾਰੇ ਡਿਸਕਸ ਕਰਾਂਗੇ ਤੇ ਉਹਨਾਂ ਦੇ ਕਿਹੜੇ ਟੌਪ ਦੇ ਆਪਰੇਸ਼ਨਸ ਰਹੇ ਨੇ ਉਹਨਾਂ ਬਾਰੇ ਵੀ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਰॉ ਦੀ, ਰਿਸਰਚ ਐਂਡ ਐਨਾਲਿਸਿਸ ਵਿੰਗ। ਰॉ ਨੂੰ ਇੰਡੀਆ ਦੀ ਇੱਕ ਖੂਫੀਆ ਏਜੰਸੀ ਕਿਹਾ ਜਾਂਦਾ ਹੈ, ਜੋ ਕਿ 1968 ਦੇ ਵਿੱਚ ਬਣੀ ਸੀ ਤੇ ਰॉ ਦਾ ਹੈੱਡਕੁਆਰਟਰ ਦਿੱਲੀ ਦੇ ਵਿੱਚ ਹੈ। ਰॉ ਨੇ ਇੰਡੀਆ ਦੇ ਲਈ ਬਹੁਤ ਸਾਰੇ ਸਕਸੈਸਫੁਲ ਮਿਸ਼ਨ ਕੰਪਲੀਟ ਕੀਤੇ ਆ, ਜਿਨ੍ਹਾਂ ਚੋਂ ਬਹੁਤ ਸਾਰੇ ਪਬਲਿਕ ਹੋ ਚੁੱਕੇ ਆ ਤੇ ਬਹੁਤ ਸਾਰੇ ਅੱਜ ਵੀ ਸੀਕ੍ਰੇਟ ਨੇ। ਇਹਨਾਂ ਵਿੱਚੋਂ ਰॉ ਦਾ ਇੱਕ ਮਿਸ਼ਨ ਸੀ ਸਮਾਈਲਿੰਗ ਬੁੱਧਾ, ਜੋ ਕਿ ਇੱਕ ਨਿਊਕਲੀਅਰ ਪ੍ਰੋਗਰਾਮ ਸੀ ਤੇ ਇਸ ਪੂਰੇ ਪ੍ਰੋਜੈਕਟ ਨੂੰ ਛੁਪਾ ਕੇ ਰੱਖਣ ਦਾ ਕੰਮ ਰॉ ਨੂੰ ਦਿੱਤਾ ਗਿਆ ਸੀ। ਇਹ ਰॉ ਦਾ ਪਹਿਲਾ ਇਦਾਂ ਦਾ ਪ੍ਰੋਜੈਕਟ ਸੀ ਜੋ ਇੰਡੀਆ ਦੇ ਵਿੱਚ ਹੀ ਪਲਾਨ ਕੀਤਾ ਗਿਆ ਸੀ ਤੇ 1974 ਦੇ ਵਿੱਚ ਰॉ ਦੀ ਹੈਲਪ ਦੇ ਨਾਲ ਇੰਡੀਆ ਨੇ 15 ਕਿਲੋ ਟਨ ਪਲੂਟੋਨੀਅਮ ਦਾ ਨਿਊਕਲੀਅਰ ਟੈਸਟ ਸਕਸੈਸਫੁਲੀ ਕੰਪਲੀਟ ਕੀਤਾ ਸੀ, ਜਿਸ ਤੋਂ ਬਾਅਦ ਇੰਡੀਆ ਏਲੀਟ ਗਰੁੱਪ ਆਫ ਨੇਸ਼ਨਸ ਦੇ ਵਿੱਚ ਸ਼ਾਮਿਲ ਹੋ ਗਿਆ ਸੀ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਐਡਾ ਵੱਡਾ ਨਿਊਕਲੀਅਰ ਟੈਸਟ ਕੰਡਕਟ ਕਰਨ ਦੇ ਬਾਵਜੂਦ ਵੀ USA, ਚਾਈਨਾ, ਪਾਕਿਸਤਾਨ ਦੀਆਂ ਖੂਫੀਆ ਏਜੰਸੀਜ਼ ਨੂੰ ਭਣਕ ਤੱਕ ਨਹੀਂ ਲੱਗੀ। ਹੁਣ ਇਹ ਚੀਜ਼ ਸੁਣਨ ਦੇ ਵਿੱਚ ਸ਼ਾਇਦ ਇੰਨੀ ਵੱਡੀ ਨਾ ਲੱਗੇ, ਪਰ ਕਿਸੇ ਵੀ ਦੇਸ਼ ਦਾ ਨਿਊਕਲੀਅਰ ਪਾਵਰ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਜਿਹੜੇ ਦੇਸ਼ਾਂ ਕੋਲ ਅੱਜ ਦੇ ਟਾਈਮ ਤੇ ਨਿਊਕਲੀਅਰ ਵੈਪਨ ਹੈ, ਉਹ ਹਮੇਸ਼ਾ ਦੂਜੇ ਦੇਸ਼ਾਂ ਨੂੰ ਨਿਊਕਲੀਅਰ ਵੈਪਨ ਬਿਲਡ ਕਰਨ ਤੋਂ ਰੋਕਦੇ ਆ ਤਾਂ ਕਿ ਉਹਨਾਂ ਦੀ ਪ੍ਰਭੂ ਸੱਤਾ ਕਾਇਮ ਰਹੇ। ਇਸੇ ਤਰੀਕੇ ਨਾਲ 1998 ਵਿੱਚ ਜਦੋਂ ਇੰਡੀਆ ਨੇ ਰਾਜਸਥਾਨ ਦੇ ਪੋਖਰਨ ਦੇ ਵਿੱਚ ਨਿਊਕਲੀਅਰ ਟੈਸਟ ਕਰਨੇ ਸੀ, ਉਸ ਟਾਈਮ ਤੇ USA ਦੀਆਂ ਖੂਫੀਆ ਏਜੰਸੀਜ਼ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਇੰਡੀਆ ਨੂੰ ਰੋਕਣ ਦੇ ਲਈ। ਤੇ ਇਹ ਪੂਰੀ ਕਹਾਣੀ ਤੁਸੀਂ ਇੱਕ ਬੜੀ ਹੀ ਵਧੀਆ ਫਿਲਮ ਪਰਮਾਣੂ ਦੇ ਵਿੱਚ ਦੇਖ ਸਕਦੇ ਹੋ। ਇਸ ਤੋਂ ਬਾਅਦ ਗੱਲ ਕਰਦੇ ਹਾਂ ਇੰਡੀਆ ਦੀ ਸਭ ਤੋਂ ਪਹਿਲੀ ਤੇ ਸਭ ਤੋਂ ਪੁਰਾਣੀ ਇਨਵੈਸਟੀਗੇਸ਼ਨ ਏਜੰਸੀ ਦੀ, ਜਿਹਦਾ ਨਾਮ ਹੈ IB ਇਨਵੈਸਟੀਗੇਸ਼ਨ ਬਿਊਰੋ। ਇਸ ਏਜੰਸੀ ਦੀ ਸ਼ੁਰੂਆਤ 1887 ਦੇ ਵਿੱਚ ਬ੍ਰਿਟਿਸ਼ ਇੰਡੀਆ ਦੇ ਟਾਈਮ ਤੇ ਹੋਈ ਸੀ ਤੇ ਇਸ ਏਜੰਸੀ ਦਾ ਮੇਨ ਮਕਸਦ ਸੀ ਦੇਸ਼ ਦੇ ਵਿੱਚ ਚੱਲ ਰਹੀਆਂ ਟੈਰਰਿਸਟ ਐਕਟੀਵਿਟੀਜ਼ ਨੂੰ ਰੋਕਣਾ ਤੇ ਦੇਸ਼ ਦੇ ਪ੍ਰਤੀ ਹੋ ਰਹੀਆਂ ਸਾਜ਼ਿਸ਼ਾਂ ਦੀ ਇਨਫੋਰਮੇਸ਼ਨ ਨੂੰ ਇਕੱਠਾ ਕਰਨਾ। ਇਨਵੈਸਟੀਗੇਸ਼ਨ ਬਿਊਰੋ ਦੀਆਂ ਕਾਫੀ ਸਾਰੀਆਂ ਮਿਕਸ ਸਕਸੈਸ ਸਟੋਰੀਜ਼ ਨੇ। ਦੱਸਿਆ ਜਾਂਦਾ ਕਿ 2008 ਦੇ ਵਿੱਚ ਹੈਦਰਾਬਾਦ ਬਲਾਸਟ ਹੋਣ ਤੋਂ ਪਹਿਲਾਂ ਹੀ IB ਨੇ ਪੁਲਿਸ ਨੂੰ ਰਿਪੋਰਟ ਕਰਤੀ ਸੀ। ਈਵਨ ਕੁਝ ਰਿਪੋਰਟਸ ਇਹ ਵੀ ਕਹਿੰਦੀਆਂ ਨੇ ਕਿ ਮੁੰਬਈ ਅਟੈਕਸ ਹੋਣ ਤੋਂ ਪਹਿਲਾਂ ਵੀ IB ਨੇ ਚੇਤਾਵਨੀ ਦਿੱਤੀ ਸੀ, ਬਟ ਕੋਈ ਠੋਸ ਸਬੂਤ ਨਾ ਹੋਣ ਕਰਕੇ ਇਸ ਚੀਜ਼ ਨੂੰ ਪੱਕਾ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ IB ਨੂੰ ਮੀਡੀਆ ਦੇ ਦੁਆਰਾ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਗਿਆ ਤੇ ਇਸੇ ਚੀਜ਼ ਦੇ ਚੱਲਦੇ ਹੋਏ ਦੇਸ਼ ਦਾ ਸਭ ਤੋਂ ਭਿਆਨਕ ਅਟੈਕ ਹੋਇਆ ਸੀ। ਅੱਜ ਦਾ ਜੋ ਬੰਗਲਾਦੇਸ਼ ਹੈ, ਜਿਸ ਟਾਈਮ ਤੇ ਇਹ ਪਾਕਿਸਤਾਨ ਸੀ, ਉਸ ਟਾਈਮ ਤੇ IB ਨੇ ਬਹੁਤ ਵੱਡੇ ਰੋਲ ਅਦਾ ਕੀਤੇ ਸੀ ਤੇ ਇਹ ਚੀਜ਼ ਸਾਨੂੰ ਬਹੁਤ ਸਾਰੀਆਂ ਕਿਤਾਬਾਂ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ। ਤੇ ਜਿਹੜੀ ਅਗਲੀ ਏਜੰਸੀ ਹੈ, ਉਹਦਾ ਨਾਮ ਤਾਂ ਤੁਸੀਂ ਬੜਾ ਆਮ ਸੁਣਿਆ ਹੋਵੇਗਾ, CBI ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ। ਇਹ ਇੱਕ ਡੋਮੈਸਟਿਕ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਹੈ। CBI ਨੇ ਬਹੁਤ ਸਾਰੇ ਆਪਰੇਸ਼ਨਸ ਕੰਡਕਟ ਕੀਤੇ ਹੈ, ਜਿਨ੍ਹਾਂ ਵਿੱਚੋਂ ਇੱਕ ਆਪਰੇਸ਼ਨ ਦਾ ਨਾਮ ਹੈ ਮੇਘ ਚੱਕਰ, ਜਿਹਦੇ ਵਿੱਚ CBI ਨੇ ਬੱਚਿਆਂ ਤੇ ਹੋ ਰਹੇ ਕ੍ਰਾਈਮ ਨੂੰ ਰੋਕਣ ਦੇ ਲਈ ਸਰਚ ਆਪਰੇਸ਼ਨ ਕੰਡਕਟ ਕੀਤਾ ਸੀ ਤੇ ਇਸ ਸਰਚ ਆਪਰੇਸ਼ਨ ਦੇ ਚੱਲਦੇ ਹੋਏ 59 ਪਲੇਸਿਸ ਤੇ ਸਰਚ ਕੰਡਕਟ ਕੀਤਾ ਗਿਆ ਸੀ, ਜਿਹਦੇ ਵਿੱਚ ਗੋਆ, ਬਿਹਾਰ, ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਰਾਜਸਥਾਨ ਵਰਗੀਆਂ ਸਟੇਟ ਸ਼ਾਮਿਲ ਸੀ। ਹੋਰ ਤਾਂ ਹੋਰ CBI ਇੰਟਰਪੋਲ ਦੇ ਇੰਟਰਨੈਸ਼ਨਲ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਦੀ ਨੋਡਲ ਏਜੰਸੀ ਵੀ ਮੰਨੀ ਜਾਂਦੀ ਹੈ। ਅਗਲੀ ਏਜੰਸੀ ਦਾ ਨਾਮ ਹੈ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿਹਨੂੰ ਕਿ ਕਾਊਂਟਰ ਟੈਰਰਿਜ਼ਮ ਲਾਅ ਇਨਫੋਰਸਮੈਂਟ ਏਜੰਸੀ ਵੀ ਕਿਹਾ ਜਾਂਦਾ ਹੈ। ਇਹ ਏਜੰਸੀ ਕਿਸੇ ਵੀ ਟੈਰਰ ਰਿਲੇਟਡ ਕ੍ਰਾਈਮ ਨੂੰ ਇਨਵੈਸਟੀਗੇਟ ਕਰ ਸਕਦੀ ਹੈ, ਉਹ ਵੀ ਬਿਨਾਂ ਕਿਸੇ ਦੀ ਪਰਮਿਸ਼ਨ ਦੇ, ਕਿਉਂਕਿ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ NIA ਨੂੰ ਰਿਟਨ ਪ੍ਰੋਕਲੇਮੇਸ਼ਨ ਮਿਲਿਆ ਹੁੰਦਾ ਹੈ। 2008 ਦੇ 26/11 ਦੇ ਹਮਲੇ ਤੋਂ ਬਾਅਦ ਇਸ ਏਜੰਸੀ ਨੂੰ ਬਣਾਇਆ ਗਿਆ ਸੀ, ਕਿਉਂਕਿ ਇੰਨੀਆਂ ਸਾਰੀਆਂ ਏਜੰਸੀਜ਼ ਹੋਣ ਦੇ ਬਾਵਜੂਦ ਵੀ ਐਡਾ ਵੱਡਾ ਅਟੈਕ ਹੋ ਗਿਆ ਸੀ, ਇਸ ਕਰਕੇ ਪਾਰਟਿਕੂਲਰਲੀ ਇੱਕ ਅਲੱਗ ਤੋਂ ਏਜੰਸੀ ਬਣਾਈ ਗਈ ਸੀ। 2013 ਦੇ ਵਿੱਚ NIA ਨੇ ਇੰਡੀਅਨ ਮੁਜਾਹਿਦੀਨ ਦੇ 2 ਸੀਨੀਅਰ ਅੱਤਵਾਦੀਆਂ ਨੂੰ ਬਿਹਾਰ ਦੇ ਇੰਡੋ-ਨੇਪਾਲ ਬਾਰਡਰ ਤੋਂ ਅਰੈਸਟ ਕੀਤਾ ਸੀ, ਜਿਨ੍ਹਾਂ ਦੇ ਨਾਮ ਸੀ ਯਾਸਿਨ ਭਟਕਾਲ ਤੇ ਅਸਦੁੱਲਾ ਅਖਤਰ। ਇਹ ਦੋਨੋਂ ਹੀ ਪਿਛਲੇ ਕਈ ਸਾਲਾਂ ਤੋਂ ਇੰਡੀਆ ਦੇ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਟੈਰਰਿਸਟ ਐਕਟੀਵਿਟੀ ਦੇ ਵਿੱਚ ਇਨਵੋਲਵਡ ਸੀ। ਅੱਗੇ ਗੱਲ ਕਰ ਲੈਂਦੇ ਹਾਂ NCRB ਦੀ, ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ। ਇਹ ਇੱਕ ਗਵਰਨਮੈਂਟ ਏਜੰਸੀ ਹੈ ਜੋ ਕ੍ਰਾਈਮ ਡਾਟਾ ਨੂੰ ਕਲੈਕਟ ਕਰਦੀ ਹੈ ਤੇ ਐਨਾਲਾਈਜ਼ ਕਰਦੀ ਹੈ ਅੰਡਰ ਇੰਡੀਅਨ ਪੈਨਲ ਕੋਡ ਤੇ ਸਪੈਸ਼ਲ ਐਂਡ ਲੋਕਲ ਲਾਜ਼। ਆਪਣਾ ਕੰਮ ਕਰਨ ਦੇ ਲਈ ਏਜੰਸੀ ਬਹੁਤ ਸਾਰੇ ਸੌਫਟਵੇਅਰਸ ਯੂਜ਼ ਕਰਦੀ ਹੈ, ਜਿਵੇਂ ਕਿ ਵਾਹਨ ਸਮਾਨਵੇ, ਕਲਾਸ਼ ਇਨਫੋਰਮੇਸ਼ਨ ਸਿਸਟਮ, ਫੇਕ ਇੰਡੀਅਨ ਕਰੰਸੀ ਨੋਟ ਸਿਸਟਮ, ਫਾਇਰ ਆਰਮਸ ਕੋਆਰਡੀਨੇਸ਼ਨ ਸਿਸਟਮ। 2020 ਦੇ ਵਿੱਚ NCRB ਨੇ ਆਪਣੀ ਇੱਕ ਕ੍ਰਾਈਮ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਇੰਡੀਆ ਦੇ ਵਿੱਚ 74% ਰੇਪ ਕੇਸ ਤੇ 80% ਦਹੇਜ ਦੇ ਕੇਸ ਦਰਜ ਹੋਏ ਆ। ਹੁਣ ਇੱਥੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗਾ, ਜਦੋਂ ਇਲੈਕਸ਼ਨ ਦਾ ਮਤਲਬ ਕਿ ਵੋਟਾਂ ਦਾ ਟਾਈਮ ਆਉਂਦਾ ਨਾ, ਉਦੋਂ ਅਸੀਂ ਇਹ ਦੇਖ ਲੈਂਦੇ ਹਾਂ ਵੀ ਸਾਡੇ ਆਸ-ਪਾਸ ਕੀ ਬਦਲਾਅ ਹੋਇਆ, ਉਹ ਬੰਦਾ ਕਿਹੋ ਜਿਹਾ, ਬਸ ਇੰਨਾ ਕੁ ਦੇਖ ਕੇ ਅਸੀਂ ਵੋਟ ਪਾ ਦਿੰਦੇ ਹਾਂ। ਇਹ ਜਿਹੜੇ ਛੋਟੇ-ਛੋਟੇ ਬਦਲਾਅ ਹੈ, ਇਹਨਾਂ ਨੂੰ ਐਨਾਲਾਈਜ਼ ਕਰਨਾ ਜ਼ਰੂਰੀ ਹੈ, ਬਟ ਸਿਰਫ ਇਹਨਾਂ ਦੇ ਸਿਰ ਤੇ ਤੁਸੀਂ ਆਪਣੀ ਵੋਟ ਪਾ ਦੇਣਾ ਇਹ ਵੀ ਸਹੀ ਗੱਲ ਨਹੀਂ ਹੈ। ਇੱਦਾਂ ਦੀਆਂ NCRB ਤੇ ਹੋਰ ਬਹੁਤ ਸਾਰੀਆਂ ਮੈਗਜ਼ੀਨਸ ਨੇ ਜੋ ਕ੍ਰਾਈਮ ਡਾਟਾ ਤੇ ਦੇਸ਼ ਦੀ ਡਿਵੈਲਪਮੈਂਟ ਦਾ ਡਾਟਾ ਪਬਲਿਸ਼ ਕਰਦੀਆਂ ਨੇ, ਜਿੱਥੋਂ ਕਿ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਵਿੱਚ ਕ੍ਰਾਈਮ ਕਿੰਨਾ ਕੁ ਘਟਿਆ ਜਾਂ ਕਿੰਨਾ ਕੁ ਵਧਿਆ ਹੈ, ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਕਿੰਨਾ ਕੁ ਫਰਕ ਆਇਆ। ਇਹ ਡਾਟਾ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ ਤੇ ਆਪਣੀ ਫੈਮਿਲੀ ਵਾਲਿਆਂ ਨਾਲ ਵੀ ਡਿਸਕਸ ਕਰ ਸਕਦੇ ਹੋ। ਤੇ ਇਹਦਾ ਮੇਨ ਮੋਟਿਵ ਇਹੀ ਹੈ ਕਿ ਹਰ ਇੱਕ ਬੰਦੇ ਨੂੰ ਇੰਨਾ ਕੁ ਐਜੂਕੇਟ, ਇੰਨਾ ਕੁ
ਅਵੇਅਰ ਕੀਤਾ ਜਾ ਸਕੇ ਕਿ ਉਹ ਆਪਣਾ ਸਭ ਤੋਂ ਵੱਡਾ ਡਿਸੀਜਨ ਜੋ ਕੋਈ ਵੋਟ ਪਾਉਣਾ ਹੈ ਘੱਟੋ ਘੱਟ ਉਹ ਤਾਂ ਸਹੀ ਤਰੀਕੇ ਨਾਲ ਲੈ ਸਕੇ। ਇਸ ਤੋਂ ਬਾਅਦ ਇੱਕ ਏਜੰਸੀ ਆਉਂਦੀ ਹੈ NCB, ਨਾਰਕੋਟਿਕ ਕੰਟਰੋਲ ਬਿਊਰੋ। ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ ਨਸ਼ਿਆਂ ਦੇ ਖਿਲਾਫ ਲੜਨ ਵਾਲੀ ਏਜੰਸੀ ਹੈ। ਇੱਕ ਨੋਡਲ ਏਜੰਸੀ ਹੈ ਜਿਹਦਾ ਮੇਨ ਮੋਟਿਵ ਹੈ ਨਸ਼ਿਆਂ ਦੀ ਦੁਰਵਰਤੋਂ ਤੇ ਇਲੀਗਲ ਸਮਗਲਿੰਗ ਨੂੰ ਰੋਕਣਾ, ਤੇ ਇਸ ਏਜੰਸੀ ਦਾ ਇੱਕ ਵਿਜ਼ਨ ਵੀ ਹੈ ਨਸ਼ਾ ਰਹਿਤ ਸੁਸਾਇਟੀ ਬਣਾਉਣਾ। ਪਿਛਲੇ ਕੁਝ ਸਾਲਾਂ ਤੋਂ ਡਰੱਗ ਟ੍ਰੈਫਿਕਿੰਗ ਦੇ ਵਿੱਚ ਬੜਾ ਵਾਧਾ ਹੋਇਆ ਤੇ ਇਸ ਚੀਜ਼ ਦੇ ਚੱਲਦੇ ਹੋਏ ਇਸ ਏਜੰਸੀ ਨੇ ਕਾਫੀ ਸਾਰੇ ਆਪਰੇਸ਼ਨਸ ਵੀ ਕੰਡਕਟ ਕੀਤੇ ਹੈ। ਪਿਛਲੇ ਸਾਲ ਇਸ ਏਜੰਸੀ ਦੇ ਇੱਕ ਆਪਰੇਸ਼ਨ ਸਮੁੰਦਰ ਗੁਪਤੇ ਦੇ ਦੌਰਾਨ ਇਸ ਏਜੰਸੀ ਨੇ 40,000 ਕਰੋੜ ਦੀ ਡਰੱਗ ਸੀਜ਼ ਕੀਤੀ ਸੀ। ਤੇ ਪਿਛਲੇ ਸਾਲ ਤੁਸੀਂ ਇੱਕ ਖਬਰ ਵੀ ਪੜ੍ਹੀ ਹੋਏਗੀ ਕਿ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ NCB ਨੇ ਅਰੈਸਟ ਕਰ ਲਿਆ, ਜੋ ਕਿ ਇੱਕ ਪਾਰਟੀ ਦੇ ਵਿੱਚ ਫੜੇ ਗਏ ਸੀ ਜਿੱਥੋਂ ਕਿ ਕਾਫੀ ਸਾਰੇ ਡਰੱਗ ਵੀ ਸੀਜ਼ ਕੀਤੀ ਗਈ ਸੀ। ਹੁਣ ਹੁੰਦਾ ਕੀ ਹੈ, ਜੇਕਰ ਕੋਈ ਇਦਾਂ ਦੇ ਹਾਲਾਤ ਦੇ ਵਿੱਚ ਫੜਿਆ ਜਾਂਦਾ ਤਾਂ ਉਹਦਾ ਨਾਰਕੋਟਿਕ ਟੈਸਟ ਹੁੰਦਾ, ਜੇਕਰ ਉਹਦੇ ਅੰਦਰੋਂ ਜਾਂ ਫਿਰ ਉਹਦੇ ਕੋਲੋਂ ਕੋਈ ਡਰੱਗ ਨਹੀਂ ਮਿਲਦੀ ਤਾਂ ਉਹਨੂੰ ਛੱਡ ਦਿੱਤਾ ਜਾਂਦਾ ਹੈ। ਬਟ NCB ਨੂੰ ਪਤਾ ਸੀ ਕਿ ਜੇਕਰ ਆਰੀਅਨ ਖਾਨ ਦੇ ਕੋਲੋਂ ਡਰੱਗਸ ਨਹੀਂ ਮਿਲੇ ਤਾਂ ਉਹਨੂੰ ਛੱਡਣਾ ਪੈਣਾ, ਤੇ ਉਹ ਇੱਕ ਐਡਾ ਵੱਡਾ ਨਾਮ ਸੀ ਜੋ ਕਾਫੀ ਸਾਰੇ ਆਫੀਸਰਸ ਨੂੰ ਪ੍ਰਮੋਸ਼ਨ ਦਿਵਾ ਸਕਦਾ ਸੀ। ਇਸ ਕਰਕੇ ਉਹਨਾਂ ਨੇ ਉਹਦਾ ਨਾਰਕੋਟਿਕ ਟੈਸਟ ਨਾ ਕਰਵਾ ਕੇ ਉਹਦੇ ਫੋਨ 'ਚੋਂ ਉਹਦੀਆਂ ਚੈਟਸ ਕਢਵਾਈਆਂ, ਜਿਹਦੇ 'ਚ ਪਤਾ ਲੱਗਿਆ ਕਿ ਬਹੁਤ ਸਾਰੇ ਸੈਲੀਬ੍ਰਿਟੀ ਕਿਡਸ ਆਰੀਅਨ ਖਾਨ ਤੋਂ ਡਰੱਗਸ ਦੀ ਡਿਮਾਂਡ ਕਰ ਰਹੇ ਆ। ਬਟ ਉਸ ਤੋਂ ਬਾਅਦ ਕੀ ਹੋਇਆ, ਕੁਝ ਟਾਈਮ ਤੱਕ ਇਸ ਕੇਸ ਨੂੰ ਸ਼ਾਂਤ ਰੱਖਿਆ ਗਿਆ, ਲੋਕ ਭੁੱਲ ਗਏ ਆਰੀਅਨ ਖਾਨ ਆਪਣੇ ਘਰੇ ਆ ਤੇ ਆਫੀਸਰ ਨੇ ਆਪਣਾ ਤਬਾਦਲਾ ਕਰਵਾ ਲਿਆ ਜਾਂ ਫਿਰ ਕਰ ਦਿੱਤਾ ਗਿਆ। ਜੇਕਰ ਇੰਨੇ ਸੋਲਿਡ ਪ੍ਰੂਫ ਮਿਲੇ ਸੀ ਤੇ ਫਿਰ ਉਸ ਤੋਂ ਬਾਅਦ ਇਹ ਕੇਸ ਰਫਾ ਦਫਾ ਕਿਉਂ ਹੋ ਗਿਆ, ਇਹਨੂੰ ਅੱਗੇ ਕਿਉਂ ਨਹੀਂ ਵਧਾਇਆ ਗਿਆ? ਇਹ ਚੀਜ਼ਾਂ ਕਿਤੇ ਨਾ ਕਿਤੇ ਆਮ ਲੋਕਾਂ ਦਾ ਡਾਊਟ ਕ੍ਰੀਏਟ ਕਰ ਦਿੰਦੀਆਂ ਨੇ ਤੇ ਇੱਕ ਚੀਜ਼ ਤਾਂ ਸਾਫ਼ ਹੀ ਕਰ ਦਿੰਦੀਆਂ ਨੇ ਕਿ ਕਰਪਸ਼ਨ ਇਸ ਦੇਸ਼ ਨੂੰ ਅੰਦਰੋਂ ਅੰਦਰ ਹੀ ਖਾ ਰਹੀ ਹੈ। ਉਸ ਤੋਂ ਬਾਅਦ ਇੱਕ ਏਜੰਸੀ ਹੋਰ ਹੈ NTRO, ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ। 2019 ਦੇ ਬਾਲਾਕੋਟ 에ਅਰ ਸਟ੍ਰਾਈਕ ਦੇ ਵਿੱਚ NTRO ਦਾ ਬੜਾ ਹੀ ਮਹੱਤਵਪੂਰਨ ਰੋਲ ਸੀ। ਇੰਡੀਅਨ 에ਅਰ ਫੋਰਸ ਤੇ ਸਟ੍ਰਾਈਕ ਕਰਨ ਤੋਂ ਪਹਿਲਾਂ ਹੀ NTRO ਨੇ ਮਾਰਕਸ ਸੈਯਦ ਅਹਿਮਦ ਸ਼ਹੀਦ ਦੇ ਐਕਟਿਵ ਮੋਬਾਈਲ ਕਨੈਕਸ਼ਨ ਤੋਂ 300 ਟਾਰਗੇਟ ਕਨਫਰਮ ਕੀਤੇ ਸੀ। 2016 ਦੀ ਲਾਈਨ ਆਫ ਕੰਟਰੋਲ ਸਟ੍ਰਾਈਕ ਦੇ ਵਿੱਚ ਵੀ NTRO ਨੇ ਟੈਰਰਿਸਟ ਟ੍ਰੇਨਿੰਗ ਕੈਂਪ ਦੀਆਂ ਸੈਟੇਲਾਈਟ ਦੇ ਥਰੂ ਫੋਟੋਆਂ ਲਈਆਂ ਸੀ, ਜਿਸ ਤੋਂ ਬਾਅਦ ਸਾਡੇ ਦੇਸ਼ ਨੂੰ ਸਟ੍ਰਾਈਕਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲੀ ਸੀ। ਇਸ ਤੋਂ ਇਲਾਵਾ ਵੀ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਸੀਕ੍ਰੇਟ ਏਜੰਸੀਜ਼ ਨੇ ਜੋ ਸਾਡੇ ਦੇਸ਼ ਨੂੰ ਬਹੁਤ ਸਾਰੇ ਖਤਰਿਆਂ ਤੋਂ ਪ੍ਰੋਟੈਕਟ ਕਰਕੇ ਰੱਖਦੀਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਹੈ BPRND, ਬਿਊਰੋ ਆਫ ਪੁਲਿਸ ਰਿਸਰਚ ਐਂਡ ਇਨਵੈਸਟੀਗੇਸ਼ਨ, DRI, ਡਾਇਰੈਕਟੋਰੇਟ ਆਫ ਰੈਵਨਿਊ ਇਨਵੈਸਟੀਗੇਸ਼ਨ, DIA, ਡਿਫੈਂਸ ਇੰਟੈਲੀਜੈਂਸ ਏਜੰਸੀ, DAI, ਡਾਇਰੈਕਟੋਰੇਟ ਆਫ 에ਅਰ ਇੰਟੈਲੀਜੈਂਸ, ਤੇ ਸਾਰਿਆਂ ਦੀ ਫੇਵਰੇਟ CID, ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ, FIU, ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ, WCCB, ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ, ਤੇ ਹੋਰ ਵੀ ਬਹੁਤ ਸਾਰੀਆਂ ਏਜੰਸੀਆਂ ਨੇ। ਇਹਨਾਂ ਏਜੰਸੀਆਂ ਦਾ ਮੇਨ ਮਕਸਦ ਹੈ ਦੇਸ਼ ਦੇ ਵਿੱਚ ਵੱਧ ਰਹੇ ਕ੍ਰਾਈਮ ਨੂੰ ਰੋਕਣਾ, ਦੇਸ਼ ਦੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਨੂੰ ਪ੍ਰੋਟੈਕਟ ਕਰਕੇ ਰੱਖਣਾ ਤੇ ਬਾਹਰੋਂ ਦੇਸ਼ ਦੇ ਪ੍ਰਤੀ ਚੱਲ ਰਹੀਆਂ ਸਾਜ਼ਿਸ਼ਾਂ ਦੀ ਇਨਫੋਰਮੇਸ਼ਨ ਨੂੰ ਇਕੱਠਾ ਕਰਕੇ ਉਹਨਾਂ ਸਾਜ਼ਿਸ਼ਾਂ ਨੂੰ ਫੇਲ ਕਰਨਾ। ਇਹਨਾਂ ਵਿੱਚੋਂ ਕਾਫੀ ਸਾਰੀਆਂ ਏਜੰਸੀਜ਼ ਨੂੰ ਖੁੱਲੀ ਛੂਟ ਮਿਲੀ ਹੋਈ ਹੈ ਤੇ ਬਹੁਤ ਸਾਰੀਆਂ ਏਜੰਸੀਜ਼ ਗਵਰਨਮੈਂਟ ਦੁਆਰਾ ਕੰਟਰੋਲ ਵੀ ਕੀਤੀਆਂ ਜਾਂਦੀਆਂ ਨੇ। ਹੁਣ ਇਸ ਵੀਡੀਓ ਦੇ ਵਿੱਚ ਇਹ ਤਾਂ ਦੇਖ ਲਿਆ ਕਿ ਸਾਡੇ ਦੇਸ਼ ਕੋਲ ਟੌਪ ਦੀਆਂ ਇੰਟੈਲੀਜੈਂਸ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਬਟ ਫਿਰ ਵੀ ਕਿਤੇ ਨਾ ਕਿਤੇ ਕੁਝ ਏਜੰਸੀਜ਼ ਨੂੰ ਪੋਲਿਟਿਕਸ ਨਾਲ ਜੋੜਿਆ ਜਾਂਦਾ ਹੈ, ਕਰਪਸ਼ਨ ਦੇ ਨਾਲ ਜੋੜਿਆ ਜਾਂਦਾ ਤੇ ਇਸ ਚੀਜ਼ ਦੇ ਚੱਲਦੇ ਹੋਏ ਉਹਨਾਂ ਨੂੰ ਕ੍ਰਿਟਿਸਾਈਜ਼ ਵੀ ਕੀਤਾ ਜਾਂਦਾ ਹੈ, ਜੋ ਕਿ ਕਿਤੇ ਨਾ ਕਿਤੇ ਸੱਚ ਵੀ ਹੈ, ਕਿਉਂਕਿ ਬਹੁਤ ਸਾਰੀ ਜਗ੍ਹਾ ਤੇ ਇਹ ਖੂਫੀਆ ਏਜੰਸੀਜ਼ ਫੇਲ ਵੀ ਹੋਈਆਂ ਨੇ, ਜਿਵੇਂ ਕਿ ਮੁੰਬਈ ਅਟੈਕ ਹੋ ਗਿਆ, ਪੁਲਵਾਮਾ ਅਟੈਕ ਹੋ ਗਿਆ। ਤੇ ਇੰਨੀਆਂ ਸਾਰੀਆਂ ਏਜੰਸੀਜ਼ ਹੋਣ ਦੇ ਬਾਵਜੂਦ ਵੀ ਅੱਜ ਵੀ ਬਹੁਤ ਸਾਰੀ ਇੰਡੀਅਨਸ ਆਪਣੇ ਘਰਾਂ 'ਚ ਬੈਠੇ ਸੁਰੱਖਿਅਤ ਫੀਲ ਨਹੀਂ ਕਰਦੇ, ਕਿਉਂਕਿ ਤੁਹਾਨੂੰ ਪਤਾ ਹੀ ਹੋਏਗਾ ਮਨੀਪੁਰ ਦੇ ਜੋ ਹਾਲਾਤ ਬਣੇ ਹੋਏ ਆ ਉਹ ਸਾਡੇ ਭੈਣ ਭਰਾ ਨੇ ਜੋ ਕੁਝ ਜਾਤਾਂ ਤੇ ਜ਼ਮੀਨਾਂ ਪਿੱਛੇ ਲੜੀ ਜਾਂਦੇ ਆ, ਤੇ ਦੂਜੇ ਪਾਸੇ ਪ੍ਰਦੀਪ ਕੁਰਲਕਰ ਵਰਗੇ DRDO ਸਾਇੰਟਿਸਟ ਜੋ ਹਨੀ ਟ੍ਰੈਪ 'ਚ ਫਸ ਕੇ ਸਾਡੇ ਦੇਸ਼ ਦੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਪਾਕਿਸਤਾਨੀ ਏਜੰਟਾਂ ਨੂੰ ਵੇਚਣ ਤੇ ਲੱਗੇ ਹੋਏ ਆ। ਇੱਕ ਪਾਸੇ ਤਾਂ ਬ੍ਰਿਜ ਭੂਸ਼ਣ ਵਰਗੇ ਇੰਨੇ ਕਰਪਟਡ ਬੰਦੇ ਆ ਜੋ ਕਿ ਆਪਣੀ ਪੋਲੀਟੀਕਲ ਪਾਵਰ ਦਾ ਯੂਜ਼ ਕਰਕੇ ਦੇਸ਼ ਦੇ ਟੌਪ ਦੇ ਖਿਡਾਰੀਆਂ ਨੂੰ ਬਦਨਾਮ ਕਰਨ 'ਚ ਲੱਗੇ ਹੋਏ ਆ, ਤੇ ਦੂਜੇ ਪਾਸੇ ਸਾਡੀ ਬਹੁਤ ਹੀ ਪੜ੍ਹੀ ਲਿਖੀ ਜਨਤਾ ਜਿਨ੍ਹਾਂ ਨੂੰ ਫਿਲਮਾਂ ਦੇ ਬਾਈਕਾਟ ਕਰਨ ਤੋਂ ਹੀ ਵੇਲ ਨਹੀਂ ਮਿਲਦੀ। ਹੁਣ ਜਿਹੜੀਆਂ ਉੱਪਰ ਅਸੀਂ ਦੇਖਿਆ ਇਹਨਾਂ 'ਚੋਂ ਕਾਫੀ ਸਾਰੀਆਂ ਏਜੰਸੀਆਂ ਨੇ ਜੋ ਦੇਸ਼ ਨੂੰ ਬਹੁਤ ਸਾਰੇ ਖਤਰਿਆਂ ਤੋਂ ਸੇਫ ਮਹਿਸੂਸ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ, ਬਟ ਇਹਨਾਂ 'ਚੋਂ ਕੁਝ ਏਜੰਸੀਆਂ ਇੱਦਾਂ ਦੀਆਂ ਵੀ ਨੇ ਜੋ ਸਿਰਫ ਨਾਮ ਦੀਆਂ ਏਜੰਸੀਆਂ ਨੇ, ਜਿਨ੍ਹਾਂ ਨੂੰ ਸਰਕਾਰ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਆਪਣੇ ਮੋਟਿਵ ਦੇ ਲਈ, ਆਪਣਾ ਨਾਮ ਚਮਕਾਉਣ ਦੇ ਲਈ। ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਕੁਝ ਏਜੰਸੀਆਂ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਸਰਕਾਰ ਕੰਟਰੋਲ ਕਰਦੀ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ, ਉਹਨਾਂ ਦੇ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਸ਼ੁਕਰੀਆ। ਸੌਰੀ ਮਮ ਡੈਡ, ਮੈਂ ਜੋ ਵੀ ਕੀਤਾ ਪਰ ਮੇਰੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ ਬਚਿਆ। ਮੇਰੇ ਨਾਮ ਤੇ ਜਿੰਨੇ ਵੀ ਲੋਨ ਬਾਕੀ ਨੇ ਮੈਂ ਉਹ ਪੇ ਨਹੀਂ ਕਰ ਪਾਇਆ, ਐਂਡ ਦੈਟਸ ਮਾਈ ਫਾਈਨਲ ਡਿਸੀਜਨ। ਥੈਂਕ ਯੂ, ਗੁੱਡ ਬਾਏ ਫਰੋਮ ਤੇਜਸ। ਇਹ ਕਹਾਣੀ ਹੈ ਬੰਗਲੌਰ 'ਚ ਪੜ੍ਹਦੇ ਇੱਕ 22 ਸਾਲਾਂ ਦੇ ਵਿਦਿਆਰਥੀ ਦੀ, ਜੋ ਕਿ ਇੰਜੀਨੀਅਰਿੰਗ ਕਰ ਰਿਹਾ ਸੀ, ਜਿਹਨੇ ਕਿ ਲੋਨ ਲਿਆ ਤੇ ਕਰਜ਼ਾ ਵਾਪਸ ਨਾ ਹੋਣ ਕਰਕੇ ਸੁਸਾਈਡ ਕਰ ਲਿਆ।